ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਨ ਕਰੂੰ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣਹਾਰੇ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ ਤੋਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰਿ ਨਾਮ ਦੇ। ਮੇਰਾ ਮਨ ਤਨ ਸੀਤਲ ਹੋਇ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ। ਨਾਮ ਜਪੋ ਹਰ ਰੰਗ, ਜਨ ਕਉ ਪ੍ਰਭ ਆਪਣੇ ਕਾ ਦਾਨ। ਜਨ ਕਉ ਪ੍ਰਭ ਆਪਣੇ ਕਾ ਦਾਨ। ਜੋ ਤੂੰ ਕਰੈ ਕਰਾਵੇ ਸੁਆਮੀ, ਜੋ ਤੂੰ ਕਰੈ ਕਰਾਵੇ ਸੁਆਮੀ। ਸਾ ਮਸਲਤ ਪਰਵਾਨ, ਪਤ ਪਰਮੇਸ਼ਰ ਗਤ ਨਾਰਾਇਣ, ਪਤ ਪਰਮੇਸ਼ਰ ਗਤ ਨਾਰਾਇਣ। ਧੰਨ ਗੋਪਾਲ ਗੁਣ ਸਾਖੀ, ਚਰਨ ਸ਼ਰਨ ਨਾਨਕ ਦਾਸ ਹਰ ਹਰ। ਚਰਨ ਸ਼ਰਨ ਨਾਨਕ ਦਾਸ ਹਰ ਹਰ। ਸੰਤੀ ਇਹ ਵਿਦ ਜਾਤੀ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀਂ। ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀਂ। ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ
ਸਾਡਾ ਬੇੜਾ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੇ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਤੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੇ। ਸਾਡਾ ਬੇੜਾ ਜੀ ਦਾਤਾ ਪਾਰ ਕਰੇ। ਬੇੜਾ ਜੀ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੀ। ਜੀ ਸਾਡਾ ਬੇੜਾ ਜੀ ਪਾਰ ਕਰੀ। ਸਾਡਾ ਬੇੜਾ ਜੀ ਪਾਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਤਾਰਨ ਵਾਲਿਆ ਤਾਰਨ ਵਾਲਿਆ ਜੀ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੇ। ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੇ। ਸਾਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰਿਓ ਪਾਵੋ। ਦਇਆ ਕਰੋ ਕਿਛ ਮਿਹਰਿਓ ਪਾਵੋ। ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ। ਭੀਤਰ ਵਗੈ ਕਾਤੀ ਪ੍ਰਣਬਤ ਨਾਨਕ ਹੁਕਮ ਪਛਾਣੈ। ਪ੍ਰਣਬਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ ਨਾਮ ਖੁਮਾਰੀ ਨਾਨਕਾ। ਨਾਮ ਖੁਮਾਰੀ ਨਾਨਕ ਚੜੀ ਰਹੇ ਦਿਨ ਰਾਤ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ ਰਾਖੁ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ ਸਗਲ ਤਿਆਗ ਗੁਰ ਸ਼ਰਣੀ ਆਇਆ। ਰਾਖੋ ਰਾਖਣ ਹਾਰੇ ਚਿਤ ਤੂੰ ਲਾਵੇ
तित हम लागे। जित तू लावे तित हम लागे। क्या ये जंत बिचारे, क्या ये जंत बिचारे। जित तू लावे तित हम लागे। क्या ये जंत बिचारे। तुमरी शरण तुम्हारी आसा। सगल द्वार को छाड़ के गहे तुहारू द्वार। बाहि गए के लाज अस गोविंद दास तुहार। तुमरी शरण तुम्हारी आसा। सारे दर दुनिया वाले छड़ के तेरे दर आया मालिका। सारे दर दुनिया वाले छड़ के तेरे दर आया मालिका। दुनिया वाले छड़ के तेरे दर आया मालिका। सारे साक दुनिया वाले छड़ के तेरे दर आया मालिका। रे साक दुनिया वाले छड़ के तेरे दर आया मालिका। सारे साक दुनिया वाले छड़ के तेरे दर आया मालिका। तेरे दर जी आया मालिका। तेरे द्वारे आया मालिका। तेरे दर जी आया मालिका। जी तेरे दर जी आया मालिका। आया मालिका। दर दुनिया वाले छड़ के दुनिया दे दर छड़ के तेरे दर आया मालिका। दर दुनिया दे छड़ के तेरे दर आया मालिका। सारे साक दुनिया वाले छड़ के तेरे दर आया मालिका। सारे साक दुनिया वाले छड़ के तेरे दर आया मालिका। दुनिया वाले छड़ के तेरे दर आया मालिका। तेरे दर आया मालिका। सगल द्वार को छाड़ के गहे तुहार द्वार। बाहि गए की लाज अस गोविंद दास तुहार। परम सन्मानयोग सतगुरां दी साजी ते नवाजी सत्कारयोग साध संगत जीओ। गुरु साहब जी ने अपार किरपा की है। अज दा ये महान समागम बहुत ही सत्कारयोग मास्टर सरदार जगतार सिंह जी तथा सारे परिवार वालों नਵੇਂ ਮਹਿਲਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸ਼ੁਕਰ ਕਰਦੇ ਹੋਏ ਪ੍ਰਮਾਤਮਾ ਦਾ ਕਿ ਵਾਹਿਗੁਰੂ ਜੀ ਤੁਸੀਂ ਵੱਡੀ ਕਿਰਪਾ ਕੀਤੀ ਹੈ। ਜੋ ਸਭ ਤੋਂ ਜ਼ਰੂਰੀ ਹੈ ਮਨੁੱਖ ਵਾਸਤੇ ਆਪਣਾ ਘਰ ਬਣਾਉਣਾ। महाराज ने कृपा की सेवक परिवार नूं
ਨਵੇਂ ਤੇ ਸੁੰਦਰ ਮਹਿਲ ਮਨਾਰੇ ਬਖਸ਼ੇ। ਤਿੰਨ ਰੋਜ਼ ਗੁਰਬਾਣੀ ਦੇ ਪ੍ਰਵਾਹ ਚੱਲੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਜ ਧਿਆਨਾਂ ਦੇ ਹੁਕਮ ਅਨੁਸਾਰ ਹੁਣ ਕੁਝ ਸਮੇਂ ਵਾਸਤੇ ਹਰੀ ਜਸ ਕੀਰਤਨ ਦੇ ਵਿੱਚ ਸਮੂਲੀਅਤ ਕਰਨ ਦਾ ਸਾਨੂੰ ਸਾਰਿਆਂ ਨੂੰ ਸਮਾਂ ਮਿਲੇ। ਆਓ ਪਿਆਰਿਓ, ਭਾਵੇਂ ਕਿ ਦੁਨਿਆਵੀ ਰੁਝੇਵੇਂ ਬਹੁਤ ਹਨ, ਦੁਨਿਆਵੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਣਾ ਹੈ ਬੜਾ ਔਖਾ, ਪਰ ਇਹ ਸਮਾਂ ਕੱਢਣਾ ਹੈ ਬੜਾ ਲਾਜ਼ਮੀ। ਭਾਵੇਂ ਆਪਾਂ ਨੂੰ ਕੋਈ ਕਿਸੇ ਸੰਬੰਧੀ ਨੇ ਬੁਲਾਇਆ ਹੋਵੇ, ਭਾਵੇਂ ਆਪਾਂ ਦੁਨਿਆਵੀ ਕੰਮ ਕਾਰ ਕਰਦੇ ਸਮੇਂ ਵੀ ਇਸ ਟਾਈਮ ਕੱਢ ਸਕਦੇ ਹਾਂ। ਕੋਈ ਜ਼ਰੂਰੀ ਨਹੀਂ ਵੀ ਪਰਮਾਤਮਾ ਦਾ ਭਜਨ ਸਿਮਰਨ ਕਰਨ ਵਾਸਤੇ, ਪਰਮਾਤਮਾ ਦੇ ਨਾਮ ਨੂੰ ਧਿਆਉਣ ਵਾਸਤੇ ਘਰ-ਬਾਰ ਛੱਡਣੇ ਪੈਣ ਜਾਂ ਜੰਗਲ ਬਿਆਬਾਨਾਂ ਵਿੱਚ ਜਾ ਕੇ ਬੈਠਿਆਂ ਫਿਰ ਕਿਤੇ ਭਗਤੀ ਹੁੰਦੀ ਹੈ। ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਇਹ ਆਪਣੇ ਘਰ ਵਿੱਚ ਰਹਿ ਕੇ, ਪਰਿਵਾਰ ਬੱਚਿਆਂ ਵਿੱਚ ਰਹਿ ਕੇ ਹੱਥੀਂ ਆਪਣੀ ਕਾਰ ਕਰੇ ਤੇ ਚਿੱਤ ਜਿਹੜਾ ਨਿਰੰਕਾਰ ਦੇ ਚਰਨਾਂ ਨਾਲ ਜੋੜ ਕੇ ਰੱਖੇ। ਦਸਾਂ ਨੌਹਾਂ ਦੀ ਕਿਰਤ ਕਰੇ, ਹੱਕ ਤੇ ਸੱਚ ਦੀ ਕਮਾਈ ਕਰੇ। ਇਹ ਗੁਰੂ ਨਾਨਕ ਦਾ ਸਾਨੂੰ ਸਾਰਿਆਂ ਨੂੰ ਉਪਦੇਸ਼ ਹੈ ਵੀ ਮੇਰਾ ਜਿਹੜਾ ਸਿੱਖ ਹੈ ਉਹ ਕਿਰਤ ਕਰੇ, ਵੰਡ ਕੇ ਛਕੇ ਤੇ ਨਾਮ ਜਪੇ। ਜਿਹੜਾ ਇਹਨਾਂ ਤਿੰਨਾਂ ਗੱਲਾਂ ਤੇ ਪਹਿਰਾ ਦਿੰਦਾ ਨਾ ਪਿਆਰਿਓ, ਉਹ ਗੁਰੂ ਨਾਨਕ ਦੀਆਂ ਖੁਸ਼ੀਆਂ ਲੈ ਲੈਂਦਾ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਜ਼ੋਰ ਦੇ ਕੇ ਸਮਝਾਉਣਾ ਕੀਤਾ ਕਿ ਭਾਈ ਉਹ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਭਾਈ ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਚਰਨਾਂ ਨਾਲ ਜੋੜ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਜੋੜ ਕੇ ਨਾਮ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਉਹ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹਰੀ ਦੇ ਨਾਲ ਰੱਖੀਏ, ਹਰੀ ਦੇ ਨਾਲ ਰੱਖੀਏ। ਹੱਥੀਂ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ। ਹੱਥੀਂ ਪੈਰੀ ਕੰਮ ਕਰੀਏ, ਚਿੱਤ ਹਰੀ ਦੇ ਨਾਮ ਨਾਲ ਚਖੀਏ। ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਰੱਖੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀਂ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀਂ ਪੈਰੀ ਕੰਮ ਕਰੀਏ। ਪਿਆਰਿਓ ਹੱਥੀਂ ਪੈਰੀ ਕੰਮ ਕਰੀਏ, ਸੰਗਤੇ ਹੱਥੀਂ ਪੈਰੀ ਕੰਮ ਕਰੀਏ। ਪਿਆਰੇ ਜੀ 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 ਹੱਥੀਂ ਪੈਰੀ ਕੰਮ ਕਰੀਏ।
ਚਿਤ ਜੋੜ ਕੇ ਹਰੀ ਦੇ ਦੇ ਚਰਨਾਂ ਨਾਲ ਤੇ ਹੱਥੀ ਪੈਰੀ ਦੁਨਿਆਵੀ ਕਾਰੋ ਵਿਹਾਰ ਕਰਨੇ। ਕਿਰਤ ਕਰਦਾ ਨਾਮ ਜਪਦਾ ਤੇ ਵੰਡ ਕੇ ਛਕਦਾ, ਉਹ ਮਹਾਰਾਜ ਕਹਿੰਦੇ ਮੇਰਾ ਸਿੱਖ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹ ਉਦਮ ਕਰੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰੇ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿਤ, ਇੱਕ ਵਧੈਂਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ। ਅੰਮ੍ਰਿਤ ਵੇਲੇ ਕੌਣ ਜਾਗਦਾ? ਅੰਮ੍ਰਿਤ ਵੇਲੇ ਜਾਗਦੇ ਰੱਬ ਦੇ ਪਿਆਰੇ। ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਪਿਆਰਿਓ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ 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 ਕੌਣ ਜਾਗਦਾ? ਕੋਈ ਜਾਗਦੇ ਨੇ ਰੱਬ ਦੇ ਪਿਆਰੇ, ਸੰਗਤੇ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਜਾਂ ਫਿਰ ਜਾਗਦੇ ਹਰੀ ਦੇ ਪਿਆਰੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਜਾਂ ਜਾਗਦੇ ਰੱਬ ਦੇ ਪਿਆਰੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਕੋਈ ਜਾਗਦੇ ਨੇ ਰੱਬ ਦੇ, ਜਾਗਦੇ ਨੇ ਰੱਬ ਦੇ ਪਿਆਰੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਜਾਂ ਜਾਗਦੇ ਰੱਬ ਦੇ ਪਿਆਰੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਜਾਂ ਜਾਗਦੇ ਰੱਬ ਦੇ ਪਿਆਰੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਜੀ ਕੌਣ ਜਾਗਦਾ? ਅੰਮ੍ਰਿਤ ਵੇਲੇ ਕੌਣ ਜਾਗਦਾ? ਉਹ ਰੱਬ ਦੇ ਪਿਆਰੇ ਜਿਹੜਾ ਦਾ ਪਿਆਰ ਹੈ ਪ੍ਰਮਾਤਮਾ ਦੇ ਨਾਲ, ਜਿਨ੍ਹਾਂ ਦੇ ਅੰਦਰ ਤਾਂਘ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਣ ਦੀ, ਜਿਨ੍ਹਾਂ ਦਾ ਮਨ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਨ੍ਹਾਂ ਦਾ ਮਨ ਮਛਲੀ ਦੀ ਤਰ੍ਹਾਂ ਤੜਫਦਾ ਹੈ ਤੇ ਸਭ ਸਾਧ ਸੰਗਤ ਉਹ ਅੰਮ੍ਰਿਤ ਵੇਲੇ ਜਾਗਦੇ ਆ। ਅੰਮ੍ਰਿਤ ਵੇਲੇ ਜਾਗਣਾ, ਜੇ ਕੋਈ ਜਾਗੇ ਨਿਤ, ਕਹਿੰਦੇ ਇੱਕ ਵਧੈਂਦੀ ਆਰਜਾ, ਨਾਲ ਤੇ ਉਮਰ ਵੱਧਦੀ ਹੈ, ਆਰਜਾ ਵੱਧਦੀ ਹੈ, ਦੂਜਾ ਸਾਹਿਬ ਆਵੇ ਚਿੱਤ। ਕਹਿੰਦੇ ਪਰਮਾਤਮਾ ਦਾ ਭਜਨ ਸਿਮਰਨ ਕਰੀਏ, ਪਰਮਾਤਮਾ ਦੇ ਭਜਨ ਸਿਮਰਨ ਦੇ ਵਿੱਚ ਆ ਜੀਵਨ ਲੇਖੇ ਵਿੱਚ ਲਾ ਦਈਏ। ਤੇ ਸਾਧ ਸੰਗਤ ਜਿਹੜੇ ਕਾਰਜਾਂ ਵਾਸਤੇ ਆਪਾਂ ਭੱਜੇ ਫਿਰਦੇ ਆ ਨਾ, ਉਹ ਕਹਿੰਦੇ ਦੁਨਿਆਵੀ ਕਾਰਜ ਅਕਾਲ ਪੁਰਖ ਪਰਮਾਤਮਾ ਨੂੰ ਆਪ ਫਿਕਰ ਹੈ। ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਕਹਿ ਕੇ ਵੇਖੀਏ ਕਿ ਹੇ ਦਾਤਾ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ,
ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਡੇ ਦਾਤੇ ਹੋ, ਸਾਡੀ ਪ੍ਰਤਪਾਲਣਾ ਕਰਨ ਵਾਲੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਤੁਸੀਂ ਸਾਡੇ ਨਾਇਕ ਹੋ, ਤੁਸੀਂ ਸਾਡੇ ਖਸਮ ਹੋ, ਅਸੀਂ ਤੁਹਾਡੇ ਬੱਚੇ ਹਾਂ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ। ਹੇ ਦਾਤਾ ਜੀ, ਇੱਕ ਨਿਮਕ ਅੱਖ ਦਾ ਝਮਕਣ ਜਿੰਨਾ ਸਮਾਂ, ਜਿਵੇਂ ਆਪਾਂ ਅੱਖ ਝਮਕਦੇ ਆ ਨਾ, ਇਹ ਸਮੇਂ ਨੂੰ ਨਿਮਕ ਆਖਿਆ ਗੁਰਬਾਣੀ ਨੇ। ਇੰਨਾ ਕੁ ਸਮਾਂ ਵੀ ਉਹ ਪਰਮਾਤਮਾ ਸਾਨੂੰ ਸਾਧ ਸੰਗਤ ਕਦੇ ਵਿਸਾਰਦਾ ਨਹੀਂ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ। ਹੇ ਦਾਤਾ ਜੀ, ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਵੀ ਤੁਸੀਂ ਸਾਡੀ ਪ੍ਰਤਪਾਲਣਾ ਕਰਦੇ ਹੋ। ਹਮ ਮੁਬਾਰਕ ਤੁਮਰੇ ਧਾਰੇ, ਅਸੀਂ ਤੁਹਾਡੇ ਬੱਚੇ, ਤੁਹਾਡੇ ਆਸਰੇ ਜਿਉਂਦੇ ਆ। ਕਹਿ ਕੇ ਵੇਖੀਏ ਸੱਚੇ ਪਾਤਸ਼ਾਹ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ 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 ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਗਰੀਬ ਦਾ, ਤੇਰੇ ਆਸਰੇ ਜੀ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ 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 ਮੇਰਾ ਬੇੜਾ ਜੀ ਗਰੀਬ ਦਾ, ਮੇਰਾ ਬੇੜਾ ਜੀ ਗਰੀਬ ਦਾ, ਮੇਰਾ ਬੇੜਾ ਜੀ ਗਰੀਬ, ਮੇਰਾ ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ, ਤੇਰੇ ਆਸਰੇ ਮੇਰਾ ਬੇੜਾ ਹੈ 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 ਗਰੀਬ ਦਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰਿਓ ਪਾਵੋ, ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੀ ਵਾਰੀ ਕਦੋਂ ਆਊਗੀ, ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਵੇਗੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਵੇਗੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਵੇਗੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਪੱਥਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ
ਸਾਡੀ ਵਾਰੀ ਕਦੋਂ ਆਊਗੀ ਡੁੱਬਦੇ ਪਸਰਾਂ ਨੂੰ ਤਾਰਨ ਵਾਲਿਆ ਸਾਡੀ ਵਾਰੀ ਕਦੋਂ ਆਊਗੀ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਿਸ਼ ਬਣ ਕੇ, ਸੇਵਕ ਬਣ ਕੇ, ਸਵਾਲੀ ਬਣ ਕੇ ਮਹਾਰਾਜ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਆ ਤੇ ਸਹੀ ਗੁਰੂ ਸਾਹਿਬ ਕਿਰਪਾ ਕਰਦੇ ਨੇ, ਰਹਿਮਤਾਂ ਦੇ ਖਜ਼ਾਨਿਆਂ ਨਾਲ ਝੋਲੀ ਭਰ ਦਿੰਦੇ। ਸਾਧ ਸੰਗਤ ਗਰੀਬੀਆਂ ਕੱਟ ਦਿੰਦੇ ਆ ਗੁਰੂ ਸਾਹਿਬ। ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆਈਏ, ਜਿਹੜਾ ਪ੍ਰਮਾਤਮਾ ਦੇ ਸਹਾਰੇ ਜੀਵਨ ਜਿਉਂਦਾ ਹੈ ਤੇ ਸਾਧ ਸੰਗਤ ਪ੍ਰਮਾਤਮਾ ਉਹਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ। ਆਪਣੇ ਆ ਪਿਆਰਿਆਂ ਦੀ ਉਹ ਅਕਾਲ ਪੁਰਖ ਪ੍ਰਮਾਤਮਾ ਦਾ ਬਿਰਧ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਕੋਈ ਅਕਾਲ ਪੁਰਖ ਪ੍ਰਮਾਤਮਾ ਦੀ ਸ਼ਰਨ ਆ ਜਾਂਦਾ ਹੈ, ਪ੍ਰਮਾਤਮਾ ਦਾ ਬਿਰਧ ਹੈ, ਉਹਨੂੰ ਕੰਠ ਨਾਲ, ਉਹਨੂੰ ਗਲੇ ਨਾਲ ਲਗਾਉਂਦਾ ਹੈ। ਲੋੜ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਬਣਨ ਦੀ, ਆਪਣੇ ਮਾਂ ਪਿਓ ਦੀ ਦੇ ਬਣਨ ਦੀ। ਜਿਹੜਾ ਮਾਂ ਪਿਓ ਦਾ ਬਣ ਜਾਂਦਾ ਹੈ ਤੇ ਸਾਧ ਸੰਗਤ ਮਾਂ ਪਿਓ ਫਿਰ ਕਿਸੇ ਤਰ੍ਹਾਂ ਦੀ ਘਾਟ ਨਹੀਂ ਛੱਡਦੇ, ਕੋਈ ਘਾਟ ਨਹੀਂ ਛੱਡਦੇ। ਭਗਤ ਬੇਣੀ ਜੀ ਹੋਏ ਹੈ। ਭਗਤ ਬੇਣੀ ਸਾਹਿਬ ਦਾ ਜਿਹੜਾ ਪਹਿਲਾ ਜੀਵਨ ਸੀ ਨਾ ਸੰਗਤੇ, ਕਹਿੰਦੇ ਘਰ ਵਿੱਚ ਅੰਤਾਂ ਦੀ ਗਰੀਬੀ, ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਤੇ ਸਾਧ ਸੰਗਤ ਖਰਚੇ ਕਿੰਨੀ ਉਹ ਵੀ ਤੰਗ ਰਹਿੰਦੇ ਆ। ਘਰ ਵਿੱਚ ਬੱਚੇ ਰੋਜ਼ ਖਾਣ ਨੂੰ ਮੰਗਦੇ ਆ। ਕਹਿੰਦੇ ਇੰਨੇ ਤੰਗ ਹੋ ਜਾਂਦੇ ਆ ਬੇਣੀ ਸਾਹਿਬ ਕਿ ਮਨ ਕਰਦਾ ਵੀ ਇਹਦੇ ਉੱਤੇ ਜੀਵਨ ਲੀਲਾ ਸਮਾਪਤੀ ਕਰ ਲਈਏ। ਅੱਕ ਤੇ ਥੱਕ ਜਾਂਦੇ ਆ ਜੀਵਨ ਤੋਂ, ਇੰਨੇ ਤੰਗ ਹੋ ਗਏ। ਭੁੱਖ ਨੇ, ਗਰੀਬੀ ਨੇ ਇੰਨਾ ਤੰਗ ਕੀਤਾ ਕਿ ਮਨ ਹੀ ਬਣਾ ਲਿਆ ਵੀ ਇਹਦੇ ਨਾਲ ਤੇ ਜੀਵਨ ਲੀਲਾ ਸਮਾਪਤੀ ਕਰ ਲਈਏ। ਪਰ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਰੱਬ ਰੰਗੀ ਰੂਹ ਦਾ ਮਿਲਾਪ ਹੋ ਜਾਂਦਾ ਹੈ, ਕਿਸੇ ਗੁਰਮੁਖ ਪਿਆਰੇ ਦਾ ਮਿਲਾਪ ਹੋ ਗਿਆ ਤੇ ਸਾਧ ਸੰਗਤ ਬੇਣੀ ਜੀ ਨੂੰ ਪੁੱਛਦੇ ਆ, ਭਗਤ ਬੇਣੀ ਜੀ, ਉਹ ਬੇਣੀ ਜੀ, ਭਾਈ ਬੇਣੀ ਸਾਹਿਬ, ਤੁਹਾਡੇ ਚਿਹਰੇ ਤੋਂ ਮਹਿਸੂਸ ਹੁੰਦਾ ਵੀ ਕਿਸੇ ਤਰ੍ਹਾਂ ਦੀ ਚਿੰਤਾ ਹੈ। ਕਹਿੰਦੇ ਵੀ ਚਿੰਤਾ ਲੱਗਦੀ ਆ ਤੁਹਾਡੇ ਚਿਹਰੇ ਤੇ, ਉਦਾਸੀ ਕਿਉਂ ਹੈ? ਹੈ ਤੇ ਚਿੰਤਾ ਸਾਰਿਆਂ ਨੂੰ ਹੈ, ਉਦਾਸ ਤੇ ਆਪਾਂ ਸਾਰੇ ਹੀ ਰਹਿੰਦੇ ਆ ਭਾਈ। ਇੱਥੇ ਸੁਖੀ ਕੌਣ ਹੈ? ਸੁਖੀ ਤਾਂ ਉਹ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ, ਜਿਹੜਾ ਨਾਮ ਜਪਦਾ ਹੈ। ਕੋਈ ਤਨ ਦੁਖੀ ਹੈ, ਕੋਈ ਮਨ ਦੁਖੀ। ਕਹਿੰਦੇ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਦਾ ਦਾਸ। ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਇਸ ਜਹਾਨ ਦੇ ਵਿੱਚ, ਇਸ ਲੋਕ ਵਿੱਚ, ਉਹ ਸੁਖੀ ਹੈ। ਭਗਤ ਬੇਣੀ ਜੀ ਨੇ ਸਾਧ ਸੰਗਤ ਆਪਣੀ ਸਾਰੀ ਦਸ਼ਾ ਉਸ ਰੱਬ ਦੇ ਪਿਆਰੇ ਨੂੰ ਸੁਣਾਈ। ਕਹਿਣ ਲੱਗਾ, ਮਹਾਂਪੁਰਖੋ, ਮੈਂ ਤੇ ਭੁੱਖ ਤੋਂ ਔਰ ਗਰੀਬੀ ਤੋਂ ਇੰਨਾ ਤੰਗ ਆਇਆ ਕਿ ਜੀ ਕਰਦਾ ਵੀ ਇੱਦੋਂ ਤੇ ਆ ਜੀਵਨ ਸਮਾਪਤੀ ਕਰ ਲਈਏ। ਕਹਿੰਦੇ ਉਹ ਰੱਬ ਦੇ ਪਿਆਰੇ ਨੇ ਸਲਾਹ ਦਿੱਤੀ, ਕਹਿੰਦੇ ਜੀਵਨ ਲੀਲਾ ਸਮਾਪਤ ਕਰਨੀ ਇਹ ਕੋਈ ਵਧੀਆ ਗੱਲ ਨਹੀਂ, ਇਹ ਬੁੱਝ ਦੇ ਲਈ ਹੈ। ਕਹਿੰਦੇ ਇੱਦਾਂ ਥੋੜ੍ਹਾ ਇਹ ਜੀਵਨ ਮਿਲਿਆ, ਸੰਘਰਸ਼ ਕਰਨਾ ਚਾਹੀਦਾ। ਜਿਹੜੇ ਸੰਘਰਸ਼ ਕਰਦੇ ਆ ਨਾ ਸਾਧ ਸੰਗਤ, ਉਹ ਕੁਝ ਪ੍ਰਾਪਤ ਵੀ ਕਰ ਲੈਂਦੇ। ਆ ਦੇਖਿਆ ਨਾ ਪਿਛਲੇ ਸਾਲ ਕਿਸਾਨਾਂ ਨੇ ਸੰਘਰਸ਼ ਕੀਤਾ ਤੇ ਸਾਧ ਸੰਗਤ ਉਹ ਸਫਲਤਾ ਪ੍ਰਾਪਤ ਕੀਤੀ। ਸਿੱਖਿਆ ਦਿੱਤੀ, ਕਹਿੰਦੇ ਵੀ ਜੇ ਬਹੁਤਾ ਨਹੀਂ ਤਾਂ ਪ੍ਰਮਾਤਮਾ ਦਾ ਨਾਮ ਜਪ ਲਿਆ ਕਰ, ਤੇਰਾ ਇਹਦੇ ਵਿੱਚ ਹੀ ਭਲਾ ਹੋ ਜਾਣਾ। ਕਦੇ ਨਾਮ ਨਹੀਂ ਸੀ ਜਪਿਆ। ਉਹ ਕਹਿੰਦਾ ਜੀ ਅੱਛਾ, ਮਨ ਬਦਲ ਗਿਆ ਬੇਣੀ ਜੀ ਦਾ। ਕਹਿੰਦੇ ਵੀ ਇਹ ਗਰੀਬੀ ਤੇ ਕੱਟੀ ਜਾਂਦੀ ਹੈ, ਗਰੀਬੀ ਅਮੀਰੀ ਤੇ ਆਉਂਦੀ ਜਾਂਦੀ ਰਹਿੰਦੇ, ਸੁੱਖ ਤੇ ਦੁੱਖ ਤੇ ਜੀਵਨ ਦੇ ਕੱਪੜੇ ਹੈ, ਇਹ ਤੇ ਆਉਂਦੇ ਜਾਂਦੇ ਹੀ ਰਹਿੰਦੇ ਹੈ। ਭਗਤ ਬੇਣੀ ਜੀ ਨੂੰ ਕਹਿੰਦੇ ਰੱਬ ਦਾ ਨਾਮ ਜਪਿਆ ਕਰ।
ਸਾਧ ਸੰਗਤ ਇਦਾਂ ਹੀ ਪ੍ਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ। ਜਿਹੜਾ ਟੁੱਟਿਆ ਤੇ ਅੱਕਿਆ ਹੋਵੇ, ਜਿਹੜਾ ਸਾਰੇ ਪਾਸਿਓਂ ਅੱਕਿਆ ਟੁੱਟਿਆ ਹੋਵੇ, ਉਹਦੀ ਲਗਨ ਵੀ ਛੇਤੀ ਲੱਗ ਜਾਂਦੀ। ਕਹਿੰਦੇ ਚੌਂਕੜਾ ਮਾਰ ਕੇ ਬਹਿ ਜਾਂਦੇ ਆ, ਪ੍ਰਮਾਤਮਾ ਦਾ ਨਾਮ ਜਪਦੇ ਹੈ। ਨਾਮ ਦੀ ਲਗਨ ਇੰਨੀ ਲੱਗੀ ਕਿ ਕਈ ਦਿਨ ਘਰ ਨਹੀਂ ਜਾਂਦੇ। ਹੁਣ ਘਰ ਦੇ ਬੱਚੇ ਤੰਗ ਹੈ, ਘਰ ਵਾਲੀ ਵੀ ਤੰਗ ਹੈ। ਇੱਕ ਦਿਨ ਭਗਤ ਬੇਣੀ ਜੀ ਕਹਿੰਦੇ ਘਰ ਜਾਂਦੇ ਐ, ਘਰ ਵਾਲੀ ਬੋਲਦੀ ਹੈ, ਕਹਿਣ ਲੱਗੀ ਆ ਕੇ ਤੁਹਾਨੂੰ ਫਿਕਰ ਨਹੀਂ ਘਰ ਦਾ, ਕਿੰਨੇ ਦਿਨਾਂ ਬਾਅਦ ਤੁਸੀਂ ਫੇਰਾ ਪਾਇਆ, ਕਿੱਥੇ ਰਹਿੰਦੇ ਹੋ? ਕਹਿੰਦੇ ਬੇਣੀ ਜੀ ਕਹਿੰਦੇ ਮੈਂ ਰਾਜੇ ਦੇ ਘਰ ਕਥਾ ਕਰਦਾ। ਜਿਹੜੀ ਭਗਤੀ ਕਰਦੇ ਸੀ ਉਹਨੂੰ ਗੁਪਤ ਰੱਖਣਾ ਚਾਹਿਆ ਵੀ ਪ੍ਰਮਾਤਮਾ ਦਾ ਨਾਮ ਜਪਣਾ ਇਹ ਬਹੁਤ, ਇਹ ਡੌਂਡਕੀ ਨਹੀਂ ਪਿੱਟੀ ਦੀ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਉਹ ਕਿਸੇ ਨੂੰ ਦੱਸ ਕੇ ਨਹੀਂ ਜਪਦੇ। ਤੇ ਸਾਧ ਸੰਗਤ ਆਪਣੇ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਰਾਜੇ ਦੇ ਮਹਿਲਾਂ ਵਿੱਚ ਦਰਬਾਰ ਵਿੱਚ ਕਥਾ ਦੀ ਡਿਊਟੀ ਹੈ ਵੀ ਮੈਂ ਡਿਊਟੀ ਕਰਦਾ, ਉੱਥੇ ਕਥਾ ਦਾ ਜਿੱਦੇ ਭੋਗ ਪੈ ਗਿਆ ਕਹਿੰਦੀ ਫਿਕਰ ਨਹੀਂ ਵੀ ਘਰ ਵਿੱਚ ਤੇ ਸੌਦਾ ਮੁੱਕਿਆ ਪਿਆ। ਇਹ ਕਹਿੰਦਾ ਵੀ ਜਿੱਦੇ ਭੋਗ ਪੈ ਗਿਆ ਉਦੋਂ ਫਿਰ ਰਾਜੇ ਨੇ ਆਪਾਂ ਨੂੰ ਦੱਸਣਾ ਦੇਣੀ ਹੈ, ਫਿਰ ਸਾਰਾ ਸੌਦਾ ਲਿਆ ਕੇ ਰੱਖ ਦਿਆਂਗੇ ਘਰ। ਘਰ ਵਾਲੀ ਬੋਲਣ ਲੱਗ ਪਈ, ਕਹਿੰਦੀ ਕਥਾ ਦਾ ਕੀ ਪਤਾ ਵੀ ਕਦੋਂ ਭੋਗ ਪਵੇ, ਉਹ ਭੁੱਖੇ ਤੇ ਅੱਜ ਮਰਦੇ ਆ, ਭੁੱਖੇ ਤੇ ਅੱਜ ਮਰਦੇ ਆ, ਕਥਾ ਦਾ ਕੀ ਪਤਾ ਤੇਰਾ ਕਦੋਂ ਭੋਗ ਪਾਏਗਾ, ਸਾਡਾ ਤੇ ਪਹਿਲਾਂ ਹੀ ਭੋਗ ਪੈਣ ਵਾਲਾ ਹੋਇਆ ਪਿਆ। ਤੇ ਸਾਧ ਸੰਗਤ ਘਰ ਵਾਲੀ ਨੇ ਕਹਿੰਦੇ ਅਪਸ਼ਬਦ ਬੋਲੇ, ਕਹਿੰਦੇ ਵੀ ਜਾ ਜੇ ਸਾਡੇ ਤੋਂ ਖਾਣੇ ਦਾ ਪ੍ਰਬੰਧ ਨਹੀਂ ਕਰ ਸਕਦਾ ਅਸੀਂ ਤੇਰੇ ਤੋਂ ਕੀ ਕਰਾਉਣਾ, ਜਾ ਨਾ ਚਿਰਨਾ ਕਹਿੰਦੀ ਘਰ ਵਿੱਚ ਆਈ ਜਿੰਨਾ ਚਿਰ ਸਮਾਨ ਨਹੀਂ ਲੈ ਕੇ ਆਉਂਦਾ। ਘਰ ਵਾਲੀ ਅਪਸ਼ਬਦ ਬੋਲ ਕੇ ਕਹਿੰਦੇ ਬੇਣੀ ਜੀਆਂ ਨੂੰ ਘਰ ਤੋਂ ਭੇਜ ਦਿੰਦੀ ਹੈ। ਘਰ ਤੋਂ ਭੇਜ ਦਿੱਤੇ, ਜਾ ਕੇ ਸਾਧ ਸੰਗਤ ਇਕਾਂਤ ਜਗ੍ਹਾ ਤੇ ਚੌਂਕੜਾ ਮਾਰਿਆ। ਬਸ ਚੌਂਕੜਾ ਐਸਾ ਮਾਰਿਆ, ਇੱਕ ਵਾਰੀ ਚੌਂਕੜਾ ਮਾਰ ਲਿਆ ਮੁੜ ਕੇ ਚੌਂਕੜਾ ਨਹੀਂ ਖੋਲਿਆ। ਤੇ ਸਾਧ ਸੰਗਤ ਪ੍ਰਮਾਤਮਾ ਦੇ ਨਾਮ ਦਾ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਭਗਤ ਬੇਣੀ ਜੀ ਦੀ ਜੁੜੀ ਹੋਈ ਤਾਰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ। ਤੇ ਸਾਧ ਸੰਗਤ ਫਿਰ ਉਹ ਪ੍ਰਮਾਤਮਾ ਨੂੰ ਆਉਣਾ ਪੈਂਦਾ, ਕਾਹਦੇ ਵਾਸਤੇ? ਆਪਣੇ ਪਿਆਰਿਆਂ ਦੀ ਲਾਜ ਰੱਖਣ ਵਾਸਤੇ। ਆਪਣੇ ਪਿਆਰਿਆਂ ਦੀ ਲਾਜ ਰੱਖਣ ਵਾਸਤੇ ਪ੍ਰਮਾਤਮਾ ਨੂੰ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਆਉਣਾ ਹੀ ਪੈਂਦਾ ਹੈ। ਉਹ ਭਗਤਾਂ ਦੀ ਲੱਜਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਲੱਜਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਉਹ ਭਗਤਾਂ ਦੀ ਲੱਜਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਲੱਜਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, 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 ਹਰ ਜੀ ਨੂੰ ਆਉਣਾ ਹੀ ਪੈਂਦਾ, ਹਰ ਜੀ ਨੂੰ ਆਉਣਾ 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 ਪੈਂਦਾ, ਭਗਤਾਂ ਦੀ ਲੱਜਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ, ਭਗਤਾਂ ਦੀ ਲੱਜਿਆ ਵਾਸਤੇ
ਹਰ ਜੀ ਨੂੰ ਆਉਣਾ ਪੈਂਦਾ। ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਭਗਤਾਂ ਦੀ ਰੱਖਿਆ ਵਾਸਤੇ ਹਰ ਜੀ ਨੂੰ ਆਉਣਾ ਪੈਂਦਾ। ਆਪਣੇ ਪਿਆਰਿਆਂ ਦੀ, ਆਪਣੇ ਭਗਤਾਂ ਦੀ ਲਾਜ ਜਿਹੜੀ ਹੈ ਪ੍ਰਮਾਤਮਾ ਆਪ ਰੱਖਦਾ ਹੈ। ਜਿਵੇਂ ਆਪਾਂ ਪੜ੍ਹਦੇ ਆ ਨਾ ਵੀ ਹਰ ਜੁਗ ਜੁਗ ਭਗਤਿ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਉਹ ਪ੍ਰਮਾਤਮਾ ਨਾ ਪਿਆਰਿਓ ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਹਮੇਸ਼ਾ ਲਾਜ ਰੱਖਦਾ। ਪਰਮਾਤਮਾ ਬਿਰਧ ਬਣ ਦੀ ਲਾਜ ਰੱਖਦਾ, ਆਪਣੇ ਪਿਆਰਿਆਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਦਾ। ਹੁਣ ਬੇਣੀ ਜੀ ਤੇ ਚੌਂਕੜਾ ਮਾਰ ਕੇ ਬੈਠੇ ਐ ਤੇ ਸਾਧ ਸੰਗਤ ਫਿਰ ਭਗਤ ਦੀ ਲਾਜ ਰੱਖਣ ਵਾਸਤੇ ਰਾਜੇ ਦੇ ਅਹਿਲਕਾਰਾਂ ਦਾ ਰੂਪ ਧਾਰਨ ਕੀਤਾ ਭਗਵਾਨ ਨੇ। ਜਿਹੜਾ ਰਾਜਾ ਸੀ ਨਾ ਉਸ ਸਮੇਂ ਦਾ, ਜਿਹੜੇ ਰਾਜੇ ਦਾ ਨਾਮ ਲੈ ਕੇ ਭਗਤ ਬੇਣੀ ਜੀ ਨੇ ਆਪਣੇ ਘਰ ਵਾਲੀ ਨੂੰ ਆਖਿਆ ਸੀ ਮੈਂ ਉਸ ਦਾ ਦਰਬਾਰ ਵਿੱਚ ਕਥਾ ਕਰਦਾ, ਉਸ ਰਾਜੇ ਦੇ ਅਹਿਲਕਾਰ ਬਣ ਕੇ ਭਗਵਾਨ ਫਿਰ ਕਬੀਰ ਦੇ ਕਾਰਜ ਸਵਾਰਨ ਵਾਂਗ, ਜਿਵੇਂ ਕਬੀਰ ਭਗਤ ਦੇ ਕਾਰਜ ਸਵਾਰੇ ਸੀ। ਭਗਤ ਕਬੀਰ ਜੀ ਦੀ ਸਾਖੀ ਸੁਣੀ ਹੋਣੀ ਆ ਪਿਆਰਿਓ। ਭਗਤ ਕਬੀਰ ਨੇ ਕਹਿੰਦੇ ਆਪਣੀ ਧੀ ਦਾ ਵਿਆਹ ਰੱਖ ਲਿੱਤਾ। ਹੁਣ ਉਧਰ ਮਾਂ ਜਿਹੜੀ ਸੀ ਉਹ ਭਗਤ ਕਬੀਰ ਜੀ ਤੋਂ ਤੰਗ ਬਹੁਤ ਹੈ। ਕਿਉਂ? ਮਾਂ ਕਹਿੰਦੀ ਹੈ ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਪਇਓ। ਵੀ ਜਦੋਂ ਦਾ ਕਬੀਰ ਮਾਲਾ ਫੜ ਕੇ ਬੈਠਾ ਰਹਿੰਦਾ ਹੈ ਕਦੇ ਸੁੱਖ ਦਾ ਸਾਹ ਨਹੀਂ ਆਇਆ। ਇਹ ਤੇ ਕੰਮ ਹੀ ਨਹੀਂ ਕਰਦਾ। ਬੱਚੇ ਜਵਾਨ ਹੋ ਗਏ, ਵਿਆਹੁਣ ਦੇ ਯੋਗ ਹੋ ਗਏ ਬੱਚੇ। ਜਦੋਂ ਮਾਂ ਕਹਿੰਦੀ ਹੈ ਪੁੱਤਰਾ ਬੱਚੇ ਤੇਰੇ ਵਿਆਹੁਣ ਦੇ ਯੋਗ ਨੇ, ਉਹ ਕੋਈ ਕੰਮ ਧੰਦਾ ਕਰ ਲਿਆ ਕਰ, ਤੂੰ ਰੋਜ਼ ਮਾਲਾ ਫੜ ਕੇ ਬੈਠਾ ਰਹਿਣਾ। ਭਗਤ ਕਬੀਰ ਸਾਹਿਬ ਕਹਿੰਦੇ ਮਾਂ ਤੂੰ ਫਿਕਰ ਨਾ ਕਰਿਆ ਕਰ। ਲੋਕ ਕਹਿੰਦੇ ਨੇ ਕਬੀਰਾ ਵਿਗੜ ਗਿਆ। ਮਾਂ ਕਹਿੰਦੀ ਮੈਨੂੰ ਤੇ ਲੋਕ ਕਹਿੰਦੇ ਨੇ ਵੀ ਤੇਰਾ ਕਬੀਰਾ ਵਿਗੜਿਆ ਹੋਇਆ ਹੈ। ਮੈਂ ਹੁਣ ਲੋਕਾਂ ਦੀਆਂ ਸਾਹਾਂ ਕਿ ਇੱਧਰ ਪਰਿਵਾਰ ਵੱਲ ਵੇਖਾਂ, ਮੈਨੂੰ ਵੀ ਚਿੰਤਾ ਹੈ। ਤੇ ਸਾਧ ਸੰਗਤ ਉਹ ਚਿੰਤਾ ਜਿਹੜੀ ਸੀ ਮਾਂ ਨੂੰ ਵੱਢ ਵੱਢ ਖਾਂਦੀ ਹੈ। ਹੁਣ ਕਬੀਰ ਭਗਤ ਦੀ ਧੀ ਜਿਹੜੀ ਸੀ ਸਾਧ ਸੰਗਤ ਉਹ ਜਵਾਨ ਹੋ ਗਈ। ਧੀ ਦਾ ਵਿਆਹ ਕਰਨ ਵਾਸਤੇ ਫਿਕਰ ਲੱਗਿਆ। ਆਪਾਂ ਗੱਲ ਨੇੜੇ ਲਾਈਏ ਵੀ ਧੀ ਦਾ ਬਾਹਰ ਵੇਖ ਕੇ ਵਿਆਹ ਦਾ ਦਿਨ ਵੀ ਰੱਖ ਦਿੱਤਾ, ਫਿਰ ਵੀ ਭਗਤ ਕਬੀਰ ਸਾਹਿਬ ਨੂੰ ਕੋਈ ਫਿਕਰ ਨਹੀਂ। ਘਰ ਵਿੱਚ ਵਿਆਹ ਏ, ਕਬੀਰ ਸਾਹਿਬ ਫੇਰ ਬੇਫਿਕਰ ਏ। ਡੋਰੀਆਂ ਉਸ ਅਕਾਲ ਪੁਰਖ ਪਰਮਾਤਮਾ ਤੇ। ਘਰ ਵਿੱਚ ਇੱਕ ਹੱਥੀਂ ਬੁਣਿਆ ਹੋਇਆ ਖੱਦਰ ਦਾ ਥਾਨ ਪਿਆ ਸੀ। ਮਾਂ ਕਹਿੰਦੀ ਪੁੱਤਰਾ ਜੇ ਤੂੰ ਬਹੁਤਾ ਨਹੀਂ ਤੇ ਆਪਣਾ ਤਾਂ ਕੋਈ ਕੱਪੜਾ ਸਵਾ ਲੈ, ਕੋਈ ਆਪਣਾ ਸੂਟ ਤੇ ਵਧੀਆ ਸਮਾ ਲੈ। ਕਹਿੰਦੇ ਥਾਨ ਦੇ ਦਿੱਤਾ ਮਾਂ ਨੇ ਘਰੋਂ ਚੱਕ ਕੇ। ਕਹਿੰਦੇ ਆ ਥਾਨ ਲੈ ਜਾ, ਆ ਥਾਨ ਵੇਚ ਵੱਟ ਕੇ ਇਹਦਾ ਕੋਈ ਆਪਣੇ ਵਾਸਤੇ ਕੋਈ ਲੀੜਾ ਲੈ ਲਈ, ਕੋਈ ਸੋਹਣਾ ਕੱਪੜਾ ਲੈ ਲਈ, ਐਵੇਂ ਨਾ ਸਸਤੇ ਭਾਅ ਸੁੱਟਿਆਈ। ਕਹਿੰਦੇ ਕਬੀਰ ਜੀ ਉਹ ਮਾਂ ਦਾ ਦਿੱਤਾ ਹੋਇਆ ਥਾਨ ਲੈ ਕੇ ਹੱਥ ਵਿੱਚ ਤੁਰੇ ਜਾਂਦੇ ਆ। ਰਸਤੇ ਵਿੱਚ ਇੱਕ ਫਕੀਰ ਮਿਲ ਜਾਂਦਾ ਸਾਧੂ। ਉਹ ਸਾਧੂ ਕਬੀਰ ਨੂੰ ਇਹ ਪੁੱਛਦਾ, ਕਹਿੰਦਾ ਵੀ ਮੈਂ ਕਬੀਰ ਦੇ ਘਰ ਜਾਣਾ ਹੈ। ਹੁਣ ਕਬੀਰ ਨੂੰ ਇਹ ਪੁੱਛਦਾ ਵੀ ਮੈਂ ਕਬੀਰ ਦੇ ਘਰ ਜਾਣਾ ਹੈ। ਕਬੀਰ ਕਹਿੰਦਾ ਜੀ ਤੁਸੀਂ ਕੀ ਕਰਨਾ ਹੈ ਕਬੀਰ ਕੋਲ, ਤੁਸੀਂ ਉਹਦੇ ਘਰ ਜਾ ਕੇ ਕੀ ਕਰਨਾ ਹੈ? ਉਹ ਕਹਿੰਦਾ ਜੀ ਮੈਂ ਸੁਣਿਆ ਵੀ ਕਬੀਰ ਦੀ ਸੋਭਾ ਬੜੀ ਹੈ, ਵੀ ਉਹ ਆਏ ਸਾਧੂਆਂ ਨੂੰ ਭੋਜਨ ਛਕਾਉਂਦਾ ਤੇ ਨਾਲ ਵਸਤਰਾਂ ਦੇ ਨਾਲ ਵੀ ਸਨਮਾਨ ਕਰਦਾ, ਦਸ਼ਣਾ ਵੀ ਬੜੀ ਦਿੰਦਾ। ਉਹਦਾ ਨਾਮ ਹੈ, ਉਹਦੀ ਸੋਭਾ ਸੁਣ ਕੇ ਆਇਆ। ਭਗਤ ਕਬੀਰ ਸਾਹਿਬ ਕਹਿੰਦੇ ਤੁਸੀਂ ਕੀ ਲੈਣ ਜਾਣਾ ਹੈ? ਕਹਿੰਦੇ ਵੀ ਮੈਂ ਵੀ ਆਪਣੇ ਤਨ ਵਾਸਤੇ ਚੋਲਾ ਲੈਣ ਜਾਣਾ ਹੈ। ਕੋਈ ਕਬੀਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਕੋਈ ਚੋਲੇ ਦਾ ਕੱਪੜਾ ਦੇ ਦਿਓ, ਮੈਂ ਵੀ ਚੋਲੇ ਦਾ ਕੱਪੜਾ ਲੈਣ ਚੱਲਿਆ। ਭਗਤ ਕਬੀਰ ਸਾਹਿਬ ਕੋਲ ਥਾਨ ਸੀ। ਕਹਿੰਦੇ ਵੀ ਕਿੰਨੇ ਮੀਟਰ ਦਾ ਬਣੇਗਾ? ਉਹ ਮੀਟਰ ਦੱਸ ਦਿੱਤਾ। ਉਹਨਾਂ ਹੀ ਕਹਿੰਦੇ ਕੱਟ ਕੇ ਉਹ ਥਾਨ ਦੇ ਵਿੱਚ ਉਹ ਦੇ ਦਿੰਦੇ ਆ। ਕਹਿੰਦੇ ਵੀ ਆਹ ਲੈ ਭਰਾਵਾ ਤੈਨੂੰ ਚੋਲੇ ਦਾ ਕੱਪੜਾ ਚਾਹੀਦਾ
ਇਹ ਮੇਰੇ ਤੋਂ ਹੀ ਲੈ ਜਾ। ਐ ਨਹੀਂ ਦੱਸਿਆ ਵੀ ਮੈਂ ਕਬੀਰ ਹਾਂ। ਹੁਣ ਚੋਲੇ ਦਾ ਕੱਪੜਾ ਵੀ ਲੈ ਲਿਆ। ਬਾਅਦ ਵਿੱਚ ਉਹ ਫਕੀਰ ਜਾਣ ਦੀ ਬਜਾਏ ਫੇਰ ਪੁੱਛਦਾ, ਵਾਪਸ ਮੁੜਨ ਦੀ ਬਜਾਏ ਫਿਰ ਪੁੱਛਣ ਲੱਗ ਪਿਆ, ਕਹਿੰਦਾ ਵੀ ਕਬੀਰ ਦਾ ਘਰ ਮੈਨੂੰ ਜ਼ਰੂਰ ਦੱਸੋ। ਉਹ ਕਹਿੰਦਾ ਵੀ ਤੈਨੂੰ ਚੋਲੇ ਦੇ ਕੱਪੜੇ ਦੀ ਲੋੜ ਸੀ, ਮੈਂ ਦੇ ਦਿੱਤਾ, ਹੁਣ ਤੋਂ ਕੀ ਕਰਨਾ ਹੈ? ਉਹ ਕਹਿੰਦਾ ਵੀ ਉਦੋਂ ਤੋਂ ਵੀ ਤਾਂ ਲੈ ਕੇ ਆਉਣਾ, ਉਸ ਤੋਂ ਵੀ ਲੈ ਕੇ ਆਉਣਾ। ਗੱਲ ਮੁਕਾਓ ਵੀ ਸਾਰਾ ਥਾਨ ਹੀ ਦੇ ਦਿੱਤਾ। ਕਹਿੰਦਾ ਵੀ ਜੇ ਤੈਨੂੰ ਮੈਂ ਸਾਰੇ ਥਾਨ ਦੇ ਦਿਆਂ, ਦੱਸਿਆ ਨਹੀਂ ਵੀ ਮੈਂ ਹੀ ਕਬੀਰ ਹਾਂ। ਉਹ ਕਹਿੰਦਾ ਵੀ ਜੇ ਆਹ ਸਾਰਾ ਹੀ ਥਾਨ ਮਹਾਤਮਾ ਜੀ ਤੁਹਾਨੂੰ ਦੇ ਦਿੱਤਾ ਜਾਏ, ਫਿਰ ਤੇ ਨਹੀਂ ਜਾਣਾ ਕਬੀਰ ਕੋਲ। ਉਹ ਕਹਿੰਦਾ ਵੀ ਫਿਰ ਮੈਂ ਕੀ ਕਰਨ ਜਾਣਾ ਜੇ ਮੈਨੂੰ ਥਾਨ ਹੀ ਮਿਲ ਜਾਏ। ਉਹ ਥਾਨ ਜਿਹੜਾ ਸੀ ਕਹਿੰਦੇ ਕਬੀਰ ਭਗਤ ਜੀ ਨੇ ਉਸ ਮਹਾਤਮਾ ਨੂੰ ਦੇ ਦਿੱਤਾ। ਹੁਣ ਥਾਨ ਤੇ ਦੇ ਦਿੱਤਾ। ਬਾਅਦ ਵਿੱਚ ਫਿਕਰ ਲੱਗ ਗਿਆ ਵੀ ਘਰ ਵਿੱਚ ਤੇ ਮਾਂ ਉਡੀਕਦੀ ਵੀ ਸੋਹਣੇ ਵਸਤਰ ਖਰੀਦ ਕੇ ਲੈ ਕੇ ਆਏਗਾ, ਵੀ ਮੈਂ ਤੇ ਸਾਰਾ ਹੀ ਥਾਣੇ ਦੇ ਦਿੱਤਾ, ਮੈਂ ਤੇ ਵਿਹਲਾ ਹੋ ਗਿਆ, ਹੱਥ ਵਿੱਚ ਬਚੇ ਹੀ ਕੁਝ ਨਹੀਂ। ਕਹਿੰਦੇ ਕਬੀਰ ਸਾਹਿਬ ਜਾ ਕੇ ਗੰਗਾ ਦੇ ਕਿਨਾਰੇ ਤੇ, ਨਦੀ ਦੇ ਕਿਨਾਰੇ ਤੇ ਬੈਠ ਜਾਂਦੇ ਚੌਂਕੜਾ ਮਾਰ ਕੇ, ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ ਵੀ ਪ੍ਰਮਾਤਮਾ ਤੂੰ ਹੀ ਲਾਜ ਰੱਖਣ ਵਾਲਾ ਹੈ। ਫਿਰ ਅਰਦਾਸ ਕੀਤੀ ਮਾਲਕ ਦੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਮੇਰੀ ਲਾਜ ਰੱਖਣੀ, ਭਗਤਾਂ ਦੀ ਲਾਜ ਰੱਖਣ ਵਾਸਤੇ ਪ੍ਰਮਾਤਮਾ ਫਿਰ ਆਪ ਆਉਂਦਾ, ਭਾਵੇਂ ਕੋਈ ਵੀ ਰੂਪ ਧਾਰਨ ਕਰਨਾ ਪਵੇ। ਕਬੀਰ ਸਾਹਿਬ ਦਾ ਸਰੂਪ ਧਾਰਨ ਕਰ ਲਿਆ ਉੱਦਾਂ ਹੀ, ਜਿੱਦਾਂ ਦੇ ਕਬੀਰ ਜੀ ਸਨ, ਪ੍ਰਮਾਤਮਾ ਨੇ ਕਬੀਰ ਦਾ ਰੂਪ ਧਾਰਨ ਕਰ ਲਿਆ ਤੇ ਗੱਡਿਆਂ ਦੇ ਗੱਡੇ ਭਰ ਕੇ ਕਹਿੰਦੇ ਕਬੀਰ ਸਾਹਿਬ ਦੇ ਘਰ ਆ ਜਾਂਦੇ। ਘਰ ਵਿੱਚ ਆ ਕੇ ਦਰਵਾਜ਼ਾ ਖੜਕਾ ਦਿੱਤਾ। ਮਾਂ ਉਡੀਕਦੀ ਹੈ ਵੀ ਕਬੀਰਾ ਕਦੋਂ ਦਾ ਗਿਆ, ਵਾਪਸ ਨਹੀਂ ਆਇਆ। ਜਦੋਂ ਦਰਵਾਜ਼ਾ ਖੜਕਿਆ, ਮਾਂ ਨੇ ਦਰਵਾਜ਼ਾ ਖੋਲ੍ਹਿਆ, ਕੀ ਵੇਖਦੇ ਆ ਵੀ ਇਹ ਤੇ ਗੱਡਿਆਂ ਦੇ ਗੱਡੇ ਸਮਾਨ ਦੇ ਭਾਰੀ ਖੜਾ, ਅੱਗੇ ਕਬੀਰ ਖੜਾ ਹੈ। ਮਾਂ ਨੂੰ ਨਹੀਂ ਪਤਾ ਲੱਗਿਆ ਵੀ ਇਹ ਕਬੀਰ ਹੈ ਕਿ ਭਗਵਾਨ ਹੈ। ਕਬੀਰ ਖੜਾ ਅੱਗੇ। ਉਹ ਕਹਿੰਦੀ ਪੁੱਤ ਕਬੀਰਿਆ ਇੰਨਾ ਟਾਈਮ? ਉਹ ਕਹਿੰਦਾ ਮਾਤਾ ਟਾਈਮ ਤੇ ਲੱਗਣਾ ਸੀ, ਵੇਖ ਤੇ ਸਹੀ ਕਿੰਨਾ ਸਮਾਨ ਖਰੀਦ ਕੇ ਲਿਆਇਆ। ਆ ਵੇਖ ਸਾਰਾ ਸਮਾਨ ਮੈਂ ਅੱਜ ਇੱਕ ਵਾਰੀ ਉਹ ਖਰੀਦ ਲਿਆ। ਤੇ ਸਾਧ ਸੰਗਤ ਮਾਂ ਨੇ ਕੀ ਕੀਤਾ, ਉਹ ਸਾਰਾ ਸਮਾਨ ਲਹਾ ਕੇ ਇੱਕ ਸਾਈਡ ਤੇ ਸਾਧ ਸੰਗਤ ਰੱਖੇ। ਖੁਸ਼ ਹੋ ਗਈ ਮਾਂ। ਕਹਿੰਦਾ ਮਾਂ ਇਹ ਥਾਨ ਜਿਹੜਾ ਤੂੰ ਦਿੱਤਾ ਸੀ ਨਾ, ਬੜਾ ਮਹਿੰਗੇ ਭਾਅ ਵਿਕਿਆ, ਇੱਕ ਸ਼ਾਹੂਕਾਰ ਮਿਲ ਗਿਆ ਸੀ, ਉਹਨੇ ਮਹਿੰਗੇ ਭਾਅ ਵਿੱਚ ਖਰੀਦ ਲਿਆ, ਤਾਂ ਇਹ ਮੈਂ ਸਾਰਾ ਸਮਾਨ ਲੈ ਕੇ ਦੱਸ ਦਿੱਤਾ। ਸਾਰਾ ਵਿਆਹ ਹੋ ਗਿਆ। ਤੇ ਸਾਧ ਸੰਗਤ ਵਿਆਹ ਹੋਣ ਤੋਂ ਬਾਅਦ ਸਕੇ ਸੰਬੰਧੀ ਮਾਂ ਨੂੰ ਪੁੱਛਦੇ ਆ, ਕਹਿੰਦੇ ਵੀ ਕਬੀਰ ਨੇ ਕੰਮ ਤੇ ਕਦੇ ਕੀਤਾ ਨਹੀਂ, ਵੀ ਇਹ ਇੰਨਾ ਪੈਸਾ, ਇੰਨਾ ਸਮਾਨ, ਇੰਨਾ ਸੋਹਣਾ ਵਿਆਹ ਕਿਵੇਂ ਹੋ ਗਿਆ? ਵੀ ਪੁੱਛੋ ਤਾਂ ਸਹੀ, ਕਿਤੇ ਚੋਰੀ ਤਾਂ ਨਹੀਂ ਕਰਕੇ ਲੈ ਕੇ ਆਇਆ, ਜਾਂ ਕਿਸੇ ਤੋਂ ਕੋਈ ਕਰਜ਼ਾ ਤੇ ਨਹੀਂ ਚੁੱਕ ਲਿਆ? ਵਿਆਹ ਵਾਲੇ ਦਿਨ ਬੱਚੀ ਦੇ ਵਿਦਾ ਹੋਣ ਤੋਂ ਬਾਅਦ ਕਹਿੰਦੇ ਮਾਂ ਪੁੱਛਣ ਲੱਗੀ, ਕਬੀਰਿਆ ਪੁੱਤ ਮੈਂ ਗੱਲ ਕਰਨੀ ਹੈ ਇੱਕ। ਇਹ ਕਹਿੰਦੇ ਜੀ ਹਾਂ ਮਾਤਾ ਦੱਸੋ। ਕਹਿੰਦੀ ਪੁੱਤ ਵੀ ਸਰੀਕੇ ਕਬੀਲੇ ਬਾਰੇ ਤੇ ਹੋਰ ਨਗਰ ਨਿਵਾਸੀ ਸਾਰੇ ਪੁੱਛਦੇ ਆ ਵੀ ਆਪਣੇ ਘਰ ਤੇ ਅੰਤਾਂ ਦੀ ਗਰੀਬੀ ਤੇ ਇੰਨਾ ਸੋਹਣਾ ਵਿਆਹ ਕਰ ਦਿੱਤਾ। ਲੋਕ ਪੁੱਛਦੇ ਨੇ ਵੀ, ਕਹਿੰਦੇ ਮਾਂ ਵੀ ਇਹ ਦੱਸ ਵੀ ਤੂੰ ਕਦੇ ਚੋਰੀ ਜਾਂ ਕੋਈ ਠੱਗੀ ਤਾਂ ਨਹੀਂ ਵਾਰ ਕੇ ਲਿਆਇਆ, ਕੋਈ ਲੁੱਟ ਖੋਹ ਤਾਂ ਨਹੀਂ ਕਰ ਲਿਆ? ਉਹ ਕਹਿੰਦਾ ਮਾਤਾ ਹੈਰਾਨ ਹੋਇਆ ਮੈਂ ਤੇਰੇ ਤੇ, ਮੈਨੂੰ ਕੀ ਲੋੜ ਹੈ ਲੁੱਟ ਖੋਹ ਕਰਨ ਦੀ, ਤੇਰਾ ਦਿੱਤਾ ਹੋਇਆ ਥਾਨ ਮਹਿੰਗੇ ਭਾਅ ਵਿਕ ਗਿਆ ਸੀ। ਕਹਿੰਦੀ ਵੀ ਇਹਨਾਂ ਨੂੰ ਕੀ ਕਵਾਂ? ਤੇ ਸਾਧ ਸੰਗਤ ਕਬੀਰ ਸਾਹਿਬ ਕਹਿੰਦੇ ਜੋ ਭਗਵਾਨ ਨੇ ਕਬੀਰ ਦਾ ਰੂਪ ਧਾਰਨ ਕੀਤਾ ਹੋਇਆ ਸੀ, ਕਹਿੰਦਾ ਮਾਂ ਮੈਂ ਹੁਣ ਥੱਕਿਆ ਹੋਇਆ, ਮੈਨੂੰ ਕੁਝ ਸਮਾਂ ਆਰਾਮ ਕਰਨ ਦਿਓ, ਆਰਾਮ ਕਰਨ ਤੋਂ ਬਾਅਦ ਫਿਰ ਆਪਾਂ ਸਵੇਰੇ ਗੱਲ ਕਰਾਂਗੇ ਵੀ ਇਹ ਸਾਰਾ ਕੁਝ ਕਿਵੇਂ ਆਇਆ। ਮਾਂ ਕਹਿੰਦੀ ਠੀਕ ਹੈ। ਮਾਂ ਕਦ ਕਹਿੰਦੀ ਹੈ ਮੇਰਾ ਪੁੱਤ ਆਰਾਮ ਨਾ ਕਰੇ? ਮਾਂ ਕਹਿੰਦੀ ਠੀਕ ਹੈ ਪੁੱਤਰਾ, ਕੁੰਡਾ ਮਾਰ ਦਿੱਤਾ, ਕਹਿੰਦੀ ਜਾ ਕਮਰੇ ਵਿੱਚ ਪੈ ਜਾ। ਕਮਰੇ ਵਿੱਚ ਪੈ ਜਾਂਦੇ, ਬਾਹਰੋਂ ਕੁੰਡਾ ਲਗਾ ਦਿੱਤਾ। ਤੇ ਸਾਧ ਸੰਗਤ ਰਾਤ ਲੰਘੀ, ਦਿਨ ਚੜ੍ਹਿਆ, ਮਾਂ ਉਡੀਕਦੀ ਆ ਵੀ ਕਬੀਰ ਉੱਠਿਆ ਹੀ ਨਹੀਂ। ਕੁੰਡਾ ਖੋਲ੍ਹ ਕੇ ਵੇਖਿਆ ਤੇ ਸਾਧ ਸੰਗਤ ਦਿਨ ਚੜ੍ਹੇ, ਜਦੋਂ ਵੇਖਿਆ ਉੱਥੇ ਬੈੱਡ ਸੁੰਨਾ ਪਿਆ, ਉਹ ਮੰਜਾ, ਉਹ ਬਿਸਤਰਾ ਸੁੰਨਾ ਪਿਆ। ਮਾਂ ਨੇ ਰੌਲਾ ਪਾ ਦਿੱਤਾ ਵੀ ਕਿੱਧਰ ਚਲਾ ਗਿਆ ਕਬੀਰ? ਉਹ ਮੈਂ ਤੇ ਕੁੰਡਾ ਵੀ ਬਾਹਰੋਂ ਲਗਾਇਆ ਹੋਇਆ ਸੀ, ਉਹ ਕਿੱਥੇ ਚਲਾ ਗਿਆ? ਆਲੇ ਦੁਆਲੇ ਨਗਰ ਦੇ ਵਿੱਚ ਰਿਸ਼ਤੇਦਾਰੀਆਂ ਵਿੱਚ ਪੁੱਛਿਆ, ਸਾਰੇ ਰਿਸ਼ਤੇਦਾਰ ਵੀ ਇਕੱਠੇ ਸਨ ਵੀ ਕਿੱਧਰ ਚਲਾ ਗਿਆ? ਹਾਹਾਕਾਰ ਮਚ ਗਈ ਵੀ ਕਬੀਰ ਪਤਾ ਨਹੀਂ ਕਿੱਧਰ ਚਲਾ ਗਿਆ। ਮਾਂ ਕਹਿੰਦੀ ਮੈਂ ਤੇ ਇੰਨੀ ਕੀ ਗੱਲ ਕਰੀ ਸੀ? ਸਾਰੇ ਕਹਿੰਦੇ ਮਾਤਾ ਤਾਂ ਝਿੜਕਿਆ ਹੋਣਾ। ਉਹ ਕਹਿੰਦੀ ਬਿਲਕੁਲ ਨਹੀਂ ਝਿੜਕਿਆ, ਮੈਂ ਤੇ ਪੁੱਛਿਆ ਸੀ ਵੀ ਪੁੱਤਰਾ ਇੰਨਾ ਸੋਹਣਾ ਵਿਆਹ ਤੂੰ ਕਿਵੇਂ ਕਰ ਦਿੱਤਾ?
ਤੇ ਸਾਧ ਸੰਗਤ ਕਹਿੰਦੀ ਵੀ ਹੁਣ ਮਾਂ ਨੂੰ ਇੰਨਾ ਵੀ ਅਧਿਕਾਰ ਨਹੀਂ, ਮੈਂ ਪੁੱਛ ਨਹੀਂ ਸੀ ਸਕਦੀ, ਸਾਰੇ ਕਿਤੇ ਲੱਭ ਲਿਆ। ਮਾਂ ਕਹਿੰਦੀ ਫਿਰ ਇੱਕ ਟਿਕਾਣਾ ਹੈ, ਜਦੋਂ ਘਰ ਤੋਂ ਕਦੇ ਗੁੱਸੇ ਹੁੰਦਾ ਨਾ, ਉਹ ਜਾ ਕੇ ਨਦੀ ਦੇ ਕਿਨਾਰੇ ਤੇ ਬਹਿੰਦਾ ਹੈ, ਚਲੋ ਆਪਾਂ ਉੱਥੇ ਵੇਖਦੇ ਹਾਂ। ਸਾਰੇ ਇਕੱਠੇ ਹੋ ਕੇ ਉੱਥੇ ਚਲੇ ਜਾਂਦੇ ਆ। ਜਦੋਂ ਜਾ ਕੇ ਵੇਖਿਆ ਉੱਥੇ ਚੌਂਕੜਾ ਮਾਰੀ ਬੈਠਾ ਹੈ। ਮਾਂ ਕਹਿੰਦੀ ਅੱਗੇ ਜਾ ਕੇ ਆਵਾਜ਼ ਦਿੱਤੀ ਤੇ ਨੇਤਰ ਬੰਦ ਨੇ, ਪਰਮਾਤਮਾ ਦੇ ਚਰਨਾਂ ਨਾਲ ਲਿਵ ਜੁੜੀ ਹੋਈ ਹੈ। ਜਦੋਂ ਮਾਂ ਨੇ ਦਿੱਤੀ ਆਵਾਜ਼, ਕਹਿੰਦੀ ਸਾਰਾ ਕੁਝ ਕਰਕੇ ਹੁਣ ਇੱਥੇ ਆ ਕੇ ਬਹਿ ਗਿਆ। ਉਹ ਮੈਂ ਤੇਰੀ ਮਾਂ ਏ, ਮੈਂ ਤੈਨੂੰ ਪੁੱਛ ਨਹੀਂ ਸਕਦੀ, ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਤੈਨੂੰ ਪੁੱਛ ਸਕਾਂ ਵੀ ਪੁੱਤਰਾ ਇਹ ਵਿਆਹ ਕਿਵੇਂ ਹੋਇਆ ਹੈ। ਤੇ ਸਾਧ ਸੰਗਤ ਮਾਂ ਕਹਿੰਦੀ ਗੁੱਸਾ ਨਹੀਂ ਕਰੀਦਾ, ਇੰਨਾ ਸੋਹਣਾ ਵਿਆਹ ਕਰਕੇ ਹੁਣ ਇੱਥੇ ਆ ਕੇ ਬੈਠ ਗਿਆ, ਚੱਲ ਘਰ ਨੂੰ। ਕਬੀਰ ਸਾਹਿਬ ਕਹਿੰਦੇ ਮਾਂ ਵਿਆਹ ਹੋ ਗਿਆ? ਕਹਿੰਦੀ ਚਤਰਾਈਆਂ ਕਰਦਾ ਆਪ ਵਿਆਹ ਕਰਕੇ ਹੁਣ ਪੁੱਛਦਾ ਵੀ ਵਿਆਹ ਹੋ ਗਿਆ। ਕਹਿੰਦਾ ਮਾਂ ਮੈਂ ਤੇ ਜੇ ਸੱਚ ਪੁੱਛਦੀ ਨਾ ਇੱਥੇ ਹੀ ਬੈਠਾ ਹਾਂ। ਕਹਿੰਦੀ ਫਿਰ ਉਹ ਕੌਣ ਸੀ? ਉਹ ਮੈਂ ਨਹੀਂ ਧੋਖਾ ਖਾ ਸਕਦੀ, ਮੈਂ ਆਪਣੇ ਕਬੀਰ ਨੂੰ ਪਛਾਣ ਨਾ ਸਕਾਂ, ਇਹ ਨਹੀਂ ਹੋ ਸਕਦਾ। ਮਾਂ ਦੀਆਂ ਅੱਖਾਂ ਕਦੇ ਧੋਖਾ ਨਹੀਂ ਖਾ ਸਕਦੀਆਂ। ਤੇ ਕਬੀਰ ਸਾਹਿਬ ਕਹਿੰਦੇ ਨਹੀਂ ਮਾਂ ਉਹ ਮੈਂ ਨਹੀਂ ਸੀ, ਉਹ ਤੇ ਭਗਵਾਨ ਨੇ ਕਿਰਪਾ ਕਰ ਗਿਆ ਹੋਣਾ, ਮੈਨੂੰ ਨਹੀਂ ਪਤਾ। ਤੇ ਸਾਧ ਸੰਗਤ ਕਹਿੰਦੇ ਮਾਂ ਦੇ ਬੋਲ ਸੀ ਫਿਰ ਉੱਥੇ, ਕਹਿੰਦੀ ਪੁੱਤਰਾ ਸਾਰੀ ਜ਼ਿੰਦਗੀ ਮੈਂ ਲੋਕਾਂ ਤੋਂ ਇਹ ਸੁਣਦੀ ਰਹੀ ਕਿ ਕਬੀਰਾ ਵਿਗੜ ਗਿਆ। ਕਹਿੰਦੀ ਪੁੱਤਰਾ ਮੈਨੂੰ ਅੱਜ ਪਤਾ ਲੱਗਿਆ ਵੀ ਤੂੰ ਵਾਕਈ ਵਿਗੜ ਗਿਆ, ਅੱਜ ਪਤਾ ਲੱਗਿਆ ਵੀ ਤੂੰ ਵਾਕਈ ਵਿਗੜ ਗਿਆ। ਉਹ ਕਹਿੰਦੇ ਕਿਵੇਂ? ਕਹਿੰਦੀ ਇੰਨਾ ਵਿਗੜ ਗਿਆ, ਇੰਨਾ ਵਿਗੜ ਗਿਆ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਬੀਰ ਕੌਣ ਹੈ, ਭਗਵਾਨ ਕੌਣ ਹੈ। ਭਗਵਾਨ ਤੇ ਕਬੀਰ ਦੇ ਵਿੱਚ ਫਰਕ ਹੀ ਨਹੀਂ ਦਿਖਿਆ। ਭਗਵਾਨ ਕਬੀਰ ਦਾ ਹੀ ਰੂਪ ਧਾਰਨ ਕਰਕੇ ਮੇਰੇ ਅੱਗੇ, ਉਹ ਕਹਿੰਦੀ ਜੂਠੇ ਪੱਤਲ ਵੀ ਚੁੱਕਦਾ ਰਿਹਾ, ਬਰਤਨ ਵੀ ਚੁੱਕਦਾ ਰਿਹਾ, ਭੱਜ ਭੱਜ ਕੇ ਸੇਵਾ ਕਰਦਾ ਰਿਹਾ। ਕਬੀਰ ਸਾਹਿਬ ਹੈਰਾਨ ਹੋ ਗਏ, ਕਹਿੰਦੇ ਮਾਂ ਆਹ ਗੱਲ ਤੇ ਸੁਣੀ ਸੀ ਵੀ ਆਪਣੇ ਭਗਤਾਂ ਦੇ, ਆਪਣੇ ਸੇਵਕਾਂ ਦੇ ਉਹ ਪਰਮਾਤਮਾ ਕਾਰਜ ਆਪ ਸਵਾਰਦਾ, ਪਰ ਇਹ ਨਹੀਂ ਸੀ ਕਦੇ ਸੁਣਿਆ ਵੀ ਉਹ ਆਪਣੇ ਭਗਤਾਂ ਦੇ ਘਰ ਜਾ ਕੇ ਜੂਠੇ ਬਰਤਨ ਵੀ ਮਾਂਜ ਦਿੰਦਾ ਹੈ। ਹੈਰਾਨ ਹੋਇਆ ਕਬੀਰ ਸਾਹਿਬ, ਸ਼ੁਕਰ ਕੀਤਾ। ਤੇ ਐਦਾਂ ਹੀ ਸਾਧ ਸੰਗਤ ਭਗਤ ਬੇਣੀ ਜੀ, ਭਗਤ ਬੇਣੀ ਜੀ ਦੇ ਘਰ ਅਹਿਲਕਾਰਾਂ ਦੇ ਰੂਪ ਧਾਰਨ ਕਰਕੇ ਭਗਵਾਨ ਜਾਂਦਾ। ਘਰ ਵਾਲੀ ਨੂੰ ਪੁੱਛਦਾ ਜਾ ਕੇ, ਜੀ ਕਬੀਰ ਦਾ ਬੇਣੀ ਜੀ ਦਾ ਘਰ ਇਹ ਹੈ? ਬੇਣੀ ਦਾ ਘਰ ਇਹੀ ਹੈ? ਘਰ ਵਾਲੀ ਆਈ ਅੰਦਰੋਂ, ਹਾਂਜੀ ਇਹੀ ਹੈ। ਕਹਿੰਦੇ ਜਦੋਂ ਅੰਦਰ ਪ੍ਰਵੇਸ਼ ਕਰਨ ਲੱਗੇ ਅਹਿਲਕਾਰ ਆਪ ਹੀ ਬੋਲਣ ਲੱਗ ਪਈ, ਕਹਿੰਦੀ ਪਤਾ ਨਹੀਂ ਕਿੱਧਰ ਉਜੜਿਆ ਰਹਿੰਦਾ, ਇੱਦਾਂ ਹੀ ਬੋਲੀ। ਕਈ ਦਿਨ ਕਹਿੰਦੀ ਘਰ ਨਹੀਂ ਆਉਂਦਾ। ਉਹ ਕਹਿੰਦੇ ਜੀ ਉਹ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਹੈ, ਸਾਨੂੰ ਉਹਨੇ ਭੇਜਿਆ, ਰਾਜੇ ਨੇ ਭੇਜਿਆ ਸਾਰਾ ਸਮਾਨ ਦੇ ਕੇ ਤੁਹਾਡੀ ਸਹਾਇਤਾ ਵਾਸਤੇ। ਫਿਰ ਖੁਸ਼ ਹੋ ਗਈ, ਅੱਛਾ ਜੀ ਇਹ ਸਾਰਾ ਸਮਾਨ ਸਾਡੇ ਲਈ ਹੈ। ਤੇ ਸੰਗਤ ਸਾਰਾ ਸਮਾਨ ਜਿੰਨਾ ਵੀ ਘਰ ਵਿੱਚ ਚਾਹੀਦਾ ਸੀ, ਤੇ ਸਾਧ ਸੰਗਤ ਅਹਿਲਕਾਰਾਂ ਦੇ ਰੂਪ ਵਿੱਚ ਭਗਵਾਨ ਫਿਰ ਆਪ ਬੇਣੀ ਜੀ ਦੇ ਘਰ ਦੇ ਕੇ ਆਇਆ। ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਹੈ। ਤੇ ਬੇਣੀ ਜੀ ਉੱਧਰ ਚੌਂਕੜਾ ਮਾਰ ਕੇ ਬੈਠੇ ਆ। ਫਿਰ ਭਗਵਾਨ ਕਹਿੰਦੇ ਭਗਤ ਬੇਣੀ ਜੀ ਨੂੰ ਜਾ ਕੇ ਉਠਾਇਆ, ਕਹਿੰਦੇ ਜਾ ਉੱਠ, ਇੱਥੇ ਚੌਂਕੜਾ ਮਾਰ ਕੇ ਬੈਠਾ ਹੈ, ਤੇਰੀ ਭਗਤੀ ਤੇਰੀ ਸੇਵਾ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੋ ਗਈ ਹੈ। ਜਾਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਵਿੱਚ ਰਹਿ ਕੇ ਰਹਿੰਦਾ ਜੀਵਨ ਗੁਜ਼ਾਰੋ। ਤੇ ਸਾਧ ਸੰਗਤ ਭਗਤ ਬੇਣੀ ਜੀ ਦੀ ਐਨੀ ਫਿਰ ਲਿਵ ਲੱਗ ਗਈ ਸੀ, ਜਿਨ੍ਹਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਚਾਰਨ ਕੀਤੀ ਹੈ, ਦਰਜ ਕੀਤੀ। ਭਗਤ ਬੇਣੀ ਵਰਗਾ ਭਗਤ ਸਾਧ ਸੰਗਤ ਘਰ ਵਿੱਚ ਅੰਤਾਂ ਦੀ ਗਰੀਬੀ, ਪਰ ਉਸ ਪਰਮਾਤਮਾ ਨੂੰ ਪਾ ਕੇ ਉਹ ਪਰਮਾਤਮਾ ਨੇ ਸਾਰੀਆਂ ਗਰੀਬੀਆਂ ਕੱਟ ਦਿੱਤੀਆਂ। ਮਨ ਦੀ ਗਰੀਬੀ ਤੇ ਤਨ ਦੀ ਗਰੀਬੀ, ਸਾਰੀਆਂ ਗਰੀਬੀਆਂ ਕੱਟ ਕੇ ਮਨ ਸਾਧ ਸੰਗਤ ਨਿਰਮਲ ਕਰ ਦਿੱਤਾ, ਮਨ ਪਵਿੱਤਰ ਕਰ ਦਿੱਤਾ। ਜਿਨ੍ਹਾਂ ਦਾ ਮਨ ਤੇ ਆ ਸਰੀਰ ਪਵਿੱਤਰ ਹੋ ਜਾਂਦੇ ਹਨ, ਉਹਨਾਂ ਦੇ ਵਿੱਚ ਫਿਰ ਔਰ ਭਗਵਾਨ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਕਰਦਾ। ਸੋ ਆਓ ਮਹਾਰਾਜ ਨੇ ਕਿਰਪਾ ਕੀਤੀ ਹੈ, ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੇ ਗ੍ਰਹਿ ਮਹਾਰਾਜ ਨੇ ਆਪਣੇ ਪਵਿੱਤਰ ਔਰ ਮੁਬਾਰਕ ਚਰਨ ਪਾਏ। 3 ਰੋਜ਼ ਇਸ ਘਰ ਵਿੱਚ ਗੁਰਬਾਣੀ ਦੇ ਪ੍ਰਵਾਹ ਚੱਲੇ। ਮਹਾਰਾਜ ਨੇ ਕਿਰਪਾ ਕੀਤੀ, ਪਰਿਵਾਰ ਨੂੰ ਖੁਸ਼ੀਆਂ ਦਾ ਸਮਾਂ ਬਖਸ਼ਿਆ, ਸੁੰਦਰ ਮਹਿਲ ਮਨਾਰੇ ਬਖਸ਼ੇ। ਸਾਰੇ ਪਰਿਵਾਰ ਨੂੰ ਇਸ ਨਵੇਂ ਮਕਾਨ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਕਿਰਪਾ ਕਰਨ। ਗ੍ਰਹਿ ਪ੍ਰਵੇਸ਼ਤਾਈ ਦੀ ਆਗਿਆ ਦੀ ਅਰਦਾਸ, ਮਹਾਰਾਜ ਕਿਰਪਾ ਕਰਨ, ਸਾਰੇ ਪਰਿਵਾਰ ਔਰ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਲੋਕ ਸੁਖੀਏ,
ਪਰਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਆਓ ਇੱਕ ਧਾਰਨਾ ਪੜ੍ਹ ਕੇ ਫਿਰ ਆਨੰਦ ਸਾਹਿਬ ਦੀ ਬਾਣੀ ਦਾ ਜਾਪ। ਭੁੱਲ ਚੁੱਕ ਦੀ ਖਿਮਾ, ਮਾਣ ਅਤੇ ਸਨਮਾਨ ਦੇ ਹਾਰਦਿਕ ਧੰਨਵਾਦੀ। ਕਈ ਵਾਰੀ ਡੋਲ ਜਾਂਦਾ ਨਾ ਮਨ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ, ਇਹ ਗਰੀਬੀ ਤੇ ਅਮੀਰੀ ਦੋਵੇਂ ਭੈਣਾਂ ਹਨ, ਮਹਾਰਾਜ ਕਿਰਪਾ ਕਰਿਓ, ਐਸੀ ਕਿਰਪਾ ਕਰਿਓ ਕਿਤੇ ਡੋਲ ਨਾ ਜਾਈਏ। ਮਹਾਰਾਜ ਮਿਹਰ ਦਾ ਹੱਥ ਰੱਖਿਓ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ। ਕਿਤੇ ਮੈਂ ਡੋਲ ਨਾ ਜਾਵਾਂ, ਕਿਤੇ ਮੈਂ ਡੋਲ ਨਾ ਜਾਵਾਂ। ਡੋਲ ਨਾ ਜਾਵਾਂ 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 ਕਿਤੇ ਮੈਂ ਡੋਲ ਨਾ ਜਾਵਾਂ। ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੇ ਬਰਿਆਈਆਂ, ਗੁਰ ਸ਼ਬਦ ਹੀ ਇਹੋ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਆਓ ਧਰਮੀ ਬਣੀਏ, ਧਰਮ ਦੇ ਵਿੱਚ ਪਰਪੱਕ ਹੋਈਏ। ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਪਰ ਮਿਹਰ ਭਰਿਆ ਹੱਥ ਰੱਖਣ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਇ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਰਾਰੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚ ਨਾਮ। ਮੇਰਾ ਆਧਾਰੂ ਸਾਚ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰ ਵਾੜ ਕਿਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤਕਾਰ ਸਪਾਗੇ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਭਵਿਤ ਸਤ ਗੁਰ ਰਹਿਆ ਭਰਪੂਰ ਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਲੇ ਸਰੋ ਪਾਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਲਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਹਾਂਜੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਅਰਦਾਸ